ਫਲਾਈ ਅੰਮ੍ਰਿਤਸਰ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਮੀਪ ਸਿੰਘ ਗੁਮਟਾਲਾ, ਗਲੋਬਲ ਕਨਵੀਨਰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ। ਅਮਰੀਕਾ ਤੋਂ ਤੁਹਾਡੇ ਨਾਲ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦੱਸਣ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਜਿਹੜੀਆਂ ਅਪਡੇਟਸ ਨੇ ਕੋਈ ਵੀ ਅੰਮ੍ਰਿਤਸਰ ਏਅਰਪੋਰਟ ਦੇ ਰਿਲੇਟਡ ਹੋਣ, ਜ਼ਰੂਰ ਅਸੀਂ ਐਜ਼ ਅ ਵਲੰਟੀਅਰ ਦਿੰਦੇ ਰਹਿੰਦੇ ਹਾਂ। ਤੇ ਇੱਕ ਬੜੀ ਵੱਡੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਪਿਛਲੇ 11 ਸਾਲ ਤੋਂ ਵੱਧ ਸਮੇਂ ਤੋਂ ਜਿਹੜੀ ਕਤਰ ਏਅਰਵੇਜ਼ ਫਲਾਈਟ ਲਗਾਤਾਰ ਅੰਮ੍ਰਿਤਸਰ ਦੋਹਾ ਤੋਂ ਆਪਰੇਟ ਹੋ ਰਹੀ ਹੈ। ਜਦੋਂ ਕੋਵਿਡ ਸ਼ੁਰੂ ਹੋਇਆ ਉਦੋਂ ਤੇ ਸਾਰੀਆਂ ਫਲਾਈਟਸ ਕੰਪਲੀਟਲੀ ਬੈਨ ਸਨ, ਪਰ ਉਸ ਤੋਂ ਬਾਅਦ ਵੀ ਜਿਹੜੀਆਂ ਫਲਾਈਟਸ ਭਾਰਤ ਸ਼ੁਰੂ ਹੋਈਆਂ ਨੇ, ਗਵਰਨਮੈਂਟ ਆਫ ਇੰਡੀਆ ਨੇ, ਭਾਰਤ ਸਰਕਾਰ ਨੇ ਜਿਹੜੀਆਂ ਰੈਗੂਲਰ ਫਲਾਈਟਸ ਨੇ ਹਾਲੇ ਵੀ ਸਸਪੈਂਡ ਕੀਤੀਆਂ ਨੇ। ਤੇ ਇਹ ਅਨਾਉਂਸਮੈਂਟ ਹੋ ਚੁੱਕੀ ਹੈ ਕਿ 31 ਜਨਵਰੀ ਤੱਕ ਉਹ ਸਸਪੈਂਡ ਨੇ। ਤੇ ਜਿਹੜੀਆਂ ਫਲਾਈਟਸ ਆਪਰੇਟ ਹੋ ਰਹੀਆਂ ਨੇ ਉਹ ਸਾਰੀਆਂ 에ਅਰ ਬਬਲ ਅਗਰੀਮੈਂਟਸ, ਇਸ ਨੂੰ ਅਸਥਾਈ ਹਵਾਈ ਸਮਝੌਤੇ ਕਹਿੰਦੇ ਨੇ। ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਲਿਮਿਟੇਸ਼ਨ ਲਗਾਈਆਂ ਨੇ। ਜੋ ਸਾਨੂੰ ਜਾਣਕਾਰੀ ਹੈ ਕਿ ਜਿੰਨੀਆਂ ਇੰਡੀਅਨ ਕੈਰੀਅਰ ਆਪਰੇਟ ਕਰਨਗੇ, ਉਨੀਆਂ ਹੀ ਜਿਹੜੇ ਵਿਦੇਸ਼ੀ ਕੈਰੀਅਰ ਨੇ ਜਿਹੜੇ ਵੀ ਕੰਟਰੀ ਦੇ ਨੇ ਉਹ ਇਕੁਅਲੀ ਫਲਾਈਟਸ ਜਿਹੜੀਆਂ ਨੇ ਆਪਰੇਟ ਕਰਨਗੀਆਂ। ਜੇਕਰ ਅਮਰੀਕਨ ਕੈਰੀਅਰ 20 ਫਲਾਈਟਾਂ ਹਫਤੇ ਦੀਆਂ ਕਰ ਰਹੇ ਨੇ ਆਪਰੇਟ, ਤੇ ਇੰਡੀਅਨ ਕੈਰੀਅਰਸ ਜੇਕਰ ਇੰਡੀਅਨ ਕੈਰੀਅਰਸ ਵੀ ਕਰ ਰਹੇ ਨੇ ਤੇ ਅਮਰੀਕਨ ਕੈਰੀਅਰਸ ਵੀ 20 ਕਰ ਸਕਣਗੇ। ਸੋ ਇਸ ਤਰ੍ਹਾਂ ਦੀਆਂ ਕਾਫੀ ਜਿਹੜੀਆਂ ਨੇ ਉਹਨਾਂ ਦੇ ਹਵਾਈ ਸਮਝੌਤੇ ਆਪਸ ਜਿਹੜਾ ਕਰਕੇ ਤੇ ਹੋ ਰਿਹਾ ਨੇ। ਇਸ ਦੇ ਤਹਿਤ ਕਤਰ ਏਅਰਵੇਜ਼ ਜਿਹੜੀ ਹੈ, ਜਦੋਂ ਪਿਛਲੇ ਸਾਲ ਫਲਾਈਟਸ ਫਿਰ ਰਿਜ਼ਿਊਮ ਹੋਈਆਂ ਤੇ ਉਹ ਹਫਤੇ ਵਿੱਚ 3 ਦਿਨ ਫਲਾਈਟ ਆਪਰੇਟ ਕਰ ਰਹੀ ਸੀ। ਕਾਫੀ ਆਇਆ ਕਿ ਨਵੰਬਰ ਤੋਂ ਇਸ ਸਾਲ ਦੇ ਫਿਰ ਤੋਂ 7 ਦਿਨ ਫਲਾਈਟਸ ਜਿਹੜੀਆਂ ਆਪਰੇਟ ਹੋ ਜਾਣਗੀਆਂ, ਪਰ ਭਾਰਤ ਸਰਕਾਰ ਨੇ ਕਿਹਾ ਸੀ 15 ਦਸੰਬਰ ਤੋਂ ਰੈਗੂਲਰ ਫਲਾਈਟਸ ਫਿਰ ਤੋਂ ਬਹਾਲ ਸ਼ੁਰੂ ਹੋ ਜਾਣਗੀਆਂ, ਪਰ ਫਿਰ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ 31 ਜਨਵਰੀ ਤੱਕ। ਕਾਫੀ ਲੋਕਾਂ ਨੇ ਜਿਹੜਾ ਹੈ 7 ਦਿਨ ਦੇ ਸ਼ਡਿਊਲ ਦੇ ਹਿਸਾਬ ਨਾਲ ਕਤਰ ਏਅਰਵੇਜ਼ ਦੀ ਫਲਾਈਟਸ ਬੁੱਕ ਕਰਾਈਆਂ ਸਨ। ਇਹ ਅਸੀਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਕਤਰ ਏਅਰਵੇਜ਼ ਦੀਆਂ ਫਲਾਈਟਸ ਜਿਹੜੀਆਂ ਨੇ ਅੰਮ੍ਰਿਤਸਰ ਪੂਰੀਆਂ ਬੰਦ ਨਹੀਂ ਹੋ ਰਹੀਆਂ। ਪਰ ਅੱਜ ਜਿਹੜੀ ਅਸੀਂ ਖਬਰ ਦੇਣ ਜਾ ਰਹੇ ਹਾਂ ਉਹ ਇਹੋ ਮਾੜੀ ਖਬਰ ਹੈ ਕਿ ਕਤਰ ਏਅਰਵੇਜ਼ ਨੇ ਜਿਹੜੀਆਂ ਹੈ 18 ਦਸੰਬਰ ਤੋਂ ਬਾਅਦ ਉਹਨਾਂ ਦੀ ਵੈਬਸਾਈਟ ਤੇ ਬੁਕਿੰਗ ਬਿਲਕੁਲ ਬੰਦ ਹੋ ਗਈ ਹੈ 31 ਮਾਰਚ ਤੱਕ। ਕਤਰ ਏਅਰਵੇਜ਼ ਦੀਆਂ ਅੰਮ੍ਰਿਤਸਰ ਦੋਹਾ ਫਲਾਈਟਸ ਜਿਹੜੀਆਂ ਨੇ, ਕਾਫੀ ਲੋਕਾਂ ਨੂੰ ਇਹ ਮੈਸੇਜ ਆ ਗਏ ਨੇ, ਈਮੇਲਸ ਆ ਗਈਆਂ ਨੇ ਕਿ ਤੁਹਾਡੀ ਫਲਾਈਟ ਕੈਂਸਲ ਹੋ ਗਈ ਹੈ। ਸੋ ਮੇਰੇ ਨਾਲ ਇੱਥੇ ਅੰਮ੍ਰਿਤਸਰ ਤੋਂ ਇੱਕ ਸਟੂਡੈਂਟ ਜਿਹੜੇ ਪੜ੍ਹਨ ਆਏ ਨੇ, ਸਾਡੇ ਜਾਣਨ ਵਾਲੇ ਨੇ, ਹਰਸ਼ਦੀਪ ਸਿੰਘ। ਇਹ ਰਾਈਟ ਸਟੇਟ ਯੂਨੀਵਰਸਿਟੀ ਸਾਡੇ ਇੱਥੇ ਡੇਟਨ ਓਹਾਇਓ। ਡੇਟਨ ਨੂੰ ਮੈਂ ਕਹਾਂਗਾ ਜਹਾਜ਼ਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਰਾਈਟ ਬ੍ਰਦਰਸ ਨੇ ਇੱਥੇ ਜਿਹੜਾ ਹੈ 100 ਸਾਲ ਤੋਂ ਪਹਿਲਾਂ ਜਿਹੜਾ ਜਹਾਜ਼ ਹੈ ਸਭ ਤੋਂ ਪਹਿਲਾਂ ਡੇਟਨ 'ਚ ਉਡਾਇਆ ਸੀ। ਜਿਹੜਾ ਰੀਅਲੀ ਜਿਹੜਾ ਜਹਾਜ਼ ਉੱਡਿਆ ਸੀਗਾ ਉਹ ਰਾਈਟ ਬ੍ਰਦਰਸ ਦੋ ਭਰਾ ਸਨ। ਸੋ ਇਹ ਉੱਥੇ ਰਾਈਟ ਸਟੇਟ ਯੂਨੀਵਰਸਿਟੀ ਪੜ੍ਹਦਾ ਹੈ, ਮੈਂ ਵੀ ਉੱਥੋਂ ਪੜ੍ਹਿਆ ਹੋਇਆ ਵਾਂ। ਤੇ ਇਸ ਦੀ ਫਲਾਈਟ ਜਿਹੜੀ ਸੀ ਅੰਮ੍ਰਿਤਸਰ, ਇਸਨੇ ਕੁਝ ਫੈਮਿਲੀ ਦਾ ਫੰਕਸ਼ਨ ਵੀ ਆ, ਉੱਥੇ ਜਾਣਾ ਵੀ ਆ ਤੇ ਵਾਪਸ ਇੰਡੀਆ ਜਾਣਾ ਸੀ ਇਹਨੇ ਅੰਮ੍ਰਿਤਸਰ। ਪਰ ਇਸ ਨੂੰ ਆਓ ਜਾਣਦੇ ਆ ਕਿ ਕਿੰਨੀ ਵਾਰੀ ਫਲਾਈਟ ਇਹਨਾਂ ਦੀ ਕੈਂਸਲ ਹੋਈ ਹੈ। ਤੁਸੀਂ ਕਦੋਂ ਜਾਣਾ ਸੀ ਪਹਿਲਾਂ ਇੰਡੀਆ ਨੂੰ? ਹਾਂਜੀ, ਮੈਂ ਐਕਚੁਅਲੀ 22 ਆਫ ਦਸੰਬਰ ਦੀ ਬੁੱਕ ਕਰਾਈ ਸੀ ਪਹਿਲਾਂ ਫਲਾਈਟ ਕਤਰ ਏਅਰਵੇਜ਼ ਤੋਂ। ਲੇਕਿਨ ਉਹ ਜਿਵੇਂ ਸਮੀਪ ਭਾਜੀ ਨੇ ਕਿਹਾ ਕਿ 7 ਡੇਜ਼ ਪਹਿਲਾਂ ਉਹਨਾਂ ਦਾ ਸ਼ਡਿਊਲ ਸੀਗਾ ਪਰ ਵੀਕ, ਲੇਕਿਨ ਬਾਅਦ 'ਚ ਉਹਨਾਂ ਨੇ ਘਟਾ ਕੇ 3 ਡੇਜ਼ ਕਰਤਾ ਤੇ ਉਸ ਕਾਰਨ ਮੇਰੀ 22 ਵਾਲੀ ਕੈਂਸਲ ਹੋ ਗਈ। ਤੇ ਫਿਰ ਮੈਂ 20 ਦਸੰਬਰ ਦੀ ਰੀਸ਼ਡਿਊਲ ਕਰਵਾਈ ਕਤਰ ਏਅਰਵੇਜ਼ ਨੂੰ ਫ਼ੋਨ ਕਰਵਾ ਕੇ, ਕਿਉਂਕਿ ਜਦੋਂ ਤੁਸੀਂ ਕੈਂਸਲ ਹੁੰਦੀ ਜਦੋਂ ਫਲਾਈਟ ਤੇ ਤੁਹਾਡੀ ਈਮੇਲ ਤੇ ਤੁਹਾਨੂੰ ਉਸ ਵੇਲੇ ਨੋਟੀਫਿਕੇਸ਼ਨ ਆ ਜਾਂਦੀ ਹੈ, ਜਾਂ ਮੈਂ ਐਪ ਵੀ ਭਰੀ ਹੋਈ ਸੀ ਉੱਥੇ ਮੈਨੂੰ ਲਿਖਿਆ ਆ ਜਾਂਦਾ ਕਿ ਪਾਰਸ਼ਲੀ ਕਨਫਰਮਡ। ਪਰ ਤੁਸੀਂ ਜਿਹੜਾ ਫਿਰ ਉਹਨਾਂ ਨੂੰ ਕਨਫਰਮ ਕਿੱਦਾਂ ਕੀਤੀ? ਕਤਰ ਏਅਰਵੇਜ਼ ਨੂੰ ਕਾਲ ਕੀਤੀ ਤੁਸੀਂ? ਹਾਂਜੀ, ਕਤਰ ਏਅਰਵੇਜ਼ ਇੰਡੀਆ ਦਾ ਇੱਕ ਫੋਨ ਨੰਬਰ ਸੀਗਾ ਤੇ ਉਹ ਐਕਚੁਅਲੀ ਮੇਰਾ ਅਕਾਊਂਟ ਇੰਡੀਆ ਦਾ ਬਣਿਆ ਹੋਇਆ ਸੀ, ਇਸ ਕਰਕੇ ਮੈਂ ਇੰਡੀਅਨ ਅਕਾਊਂਟ ਤੇ ਇੰਡੀਅਨ ਫੋਨ ਤੇ ਮੈਂ ਕਾਲ ਕਰ ਸਕਿਆ। ਤੋ ਜੇਕਰ ਤੁਹਾਡੀ ਇੱਕ ਅੱਧੀ ਫਲਾਈਟ ਵੀ ਕੈਂਸਲ ਹੁੰਦੀ ਹੈ ਤੇ ਤੁਹਾਡੀ ਸਾਰੀ ਬੁਕਿੰਗ ਕੈਂਸਲ ਕਰ ਦਿੰਦੇ, ਇਹ ਗੱਲ ਠੀਕ ਹੈ ਜੀ? ਬਿਲਕੁਲ, ਪੂਰੀ ਬੁਕਿੰਗ ਕੈਂਸਲ ਹੋ ਜਾਂਦੀ ਹੈ। ਜਿਵੇਂ ਮੈਂ ਰਿਟਰਨ ਫਲਾਈਟ ਬੁੱਕ ਕਰਵਾਈ ਸੀ, ਮੇਰੀ ਰਿਟਰਨ ਫਲਾਈਟ 15 ਜਨਵਰੀ ਦੀ ਸੀ ਤੇ ਪਹਿਲਾਂ ਮੇਰੀ ਇੱਥੋਂ 20 ਦਸੰਬਰ ਨੂੰ ਜਾਣੀ ਸੀ। ਤੇ ਲੇਕਿਨ ਤੁਸੀਂ ਹੁਣ ਪਹਿਲਾਂ ਤੁਹਾਡੀ 22 ਦੀ ਫਿਰ 20 ਦੀ ਕਰਵਾਈ? ਹਾਂਜੀ, ਫਿਰ 20 ਦੀ ਕਰਵਾਈ, ਲੇਕਿਨ 20 ਦੀ ਕੈਂਸਲ ਹੋਈ ਤੇ ਫਿਰ 20 ਦੀ ਉਹਨਾਂ ਨੇ ਫਿਰ ਤੋਂ ਮੇਰੀ ਕਰਵਾਤੀ ਸੀ। ਮੈਂ ਫਿਰ ਫੋਨ ਉਹਨਾਂ ਨੂੰ ਕੀਤਾ ਤੇ ਉਹਨਾਂ ਨੇ ਫਿਰ ਤੋਂ 20 ਦੀ ਫਿਰ ਤੋਂ ਕਰਵਾਤੀ ਮੇਰੀ ਬੁੱਕ। ਲੇਕਿਨ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਫਿਰ ਮੈਨੂੰ ਮੈਸੇਜ ਆਇਆ ਕਿ 20 ਦੀ ਵੀ ਕੈਂਸਲ ਹੋ ਗਈ ਹੈ। ਤੇ ਫਿਰ ਉਹਨਾਂ ਨੂੰ ਪੁੱਛਿਆ ਕਿ ਕੋਈ ਅਵੇਲੇਬਿਲਿਟੀ ਹੈਗੀ? ਪਹਿਲਾਂ ਤੇ ਉਹ ਕਹਿ ਰਹੇ ਕਿ ਅਵੇਲੇਬਿਲਿਟੀ ਹੈ ਨਹੀਂ। ਮੈਂ ਇੰਡੀਅਨ ਨੰਬਰ 'ਤੇ ਫੋਨ ਕੀਤਾ ਸੀ ਤੇ ਅਵੇਲੇਬਿਲਿਟੀ ਪਹਿਲਾਂ ਮਿਲੀ ਨਹੀਂ। ਫਿਰ ਮੈਂ ਦੂਸਰੀ ਵਾਰੀ ਫੋਨ ਕੀਤਾ ਉਹਨਾਂ ਨੂੰ ਥੋੜ੍ਹੀ ਦੇਰ ਬਾਅਦ ਤੇ ਕੋਈ 16 ਦਸੰਬਰ ਦੀ ਮੈਨੂੰ ਮਿਲ ਗਈ ਫਲਾਈਟ। ਲੇਕਿਨ ਉਹਨਾਂ ਨੇ ਪੂਰੀ ਆਈਟਨਰੀ ਕੈਂਸਲ ਕਰਤੀ ਸੀ, ਮੇਰੀ ਰਿਟਰਨ ਫਲਾਈਟ ਵੀ ਕੈਂਸਲ ਹੋ ਗਈ ਸੀ। ਤੁਸੀਂ ਇਹ ਫਲਾਈਟ ਸਿੱਧੀ ਵੈਬਸਾਈਟ ਤੋਂ ਲਈ ਸੀਗੀ? ਹਾਂਜੀ, ਮੈਂ ਡਾਇਰੈਕਟ ਵੈਬਸਾਈਟ ਮੈਂ ਵੀ ਦੱਸ ਦਵਾਂ ਕਿ ਕੁਝ ਲੋਕਾਂ ਨੇ ਮੈਨੂੰ ਮੈਸੇਜ ਆਏ, ਉਹਨਾਂ ਦੀ ਕੁਝ ਦਿਨਾਂ ਬਾਅਦ ਫਲਾਈਟ ਸਨ। ਜੇਕਰ ਤੁਸੀਂ ਵੈਬਸਾਈਟ ਤੋਂ ਸਿੱਧੀ ਟਿਕਟ ਲਈ ਹੈ ਤੇ ਤੁਹਾਡਾ ਈਮੇਲ ਐਡਰੈਸ ਦਿੱਤਾ ਗਿਆ ਤੇ ਤੁਹਾਨੂੰ ਈਮੇਲ ਆ ਜਾਂਦੀ ਹੈ। ਜੇਕਰ ਤੁਸੀਂ ਟਰੈਵਲ ਏਜੰਟਸ ਕੋਲ ਲਈ ਹੈ ਜਿਹਦੇ ਉਹਨਾਂ ਨੇ ਤੁਹਾਡਾ ਈਮੇਲ ਦਿੱਤਾ ਉਹਦੇ ਜ਼ਰੂਰ ਤੁਹਾਨੂੰ ਉਹਨੂੰ ਈਮੇਲ ਆ ਰਹੀ ਹੋਏਗੀ। ਪਰ ਇਹ ਇਹਨਾਂ ਦੀ ਫਲਾਈਟਸ ਤਾਈਓ ਪਹਿਲਾਂ ਇਹਨਾਂ ਨੂੰ ਕੈਂਸਲ ਹੋਈਆਂ ਨੇ ਕਿਉਂਕਿ ਪਹਿਲਾਂ ਜਦੋਂ ਫਲਾਈਟਸ ਇਹਨਾਂ ਨੇ ਲਈਆਂ 2-3 ਮਹੀਨੇ ਪਹਿਲਾਂ, ਉਦੋਂ ਪੂਰੇ 7 ਦਿਨ ਦੀ ਬੁਕਿੰਗ ਹੋ ਰਹੀ ਸੀ ਕਤਰ ਏਅਰਵੇਜ਼ ਨੂੰ, ਜਾਂ ਇਹ ਐਕਸਪੈਕਟਡ ਸੀਗਾ ਕਿ ਦਸੰਬਰ ਦੇ ਅਖੀਰ ਵਿੱਚ, ਮਿਡ ਦਸੰਬਰ ਤੋਂ ਬਾਅਦ 7 ਦਿਨ ਜਿਹੜਾ ਹੈ ਸ਼ਡਿਊਲ ਫਿਰ ਤੋਂ ਬਹਾਲ ਹੋ ਜਾਏਗਾ। ਪਰ ਫਿਰ ਉਹਨਾਂ ਨੇ 3 ਦਿਨ ਕਰ ਦਿੱਤਾ, ਫਿਰ 2 ਦਿਨ ਕਰ ਦਿੱਤਾ ਗਿਆ, ਤਾਂ ਕਰਕੇ ਇਹਨਾਂ ਨੂੰ ਤੀਜੀ ਵਾਰੀ ਕਾਲ ਕਰਨੀ ਪਈ। ਉਹਨਾਂ ਨੇ ਹੁਣ ਜਨਵਰੀ ਦੀਆਂ ਫਲਾਈਟਸ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਨੇ। ਅੰਮ੍ਰਿਤਸਰ ਤੋਂ ਤੁਸੀਂ ਦੋਹਾ ਨਹੀਂ ਜਾ ਸਕਦੇ, ਇਹਨਾਂ ਨੇ ਵਾਪਸ ਆਉਣਾ ਸੀ।
ਫਿਰ ਤੋਂ ਇਹਨਾਂ ਦੀ ਬੁਕਿੰਗ ਜਿਹੜੀ ਹੈ ਉਹ ਕੈਨਸਲ ਹੋ ਗਈ ਤੇ ਹੁਣ ਤੁਹਾਨੂੰ ਉਹਨਾਂ ਨੇ ਕਿਸ ਤਰ੍ਹਾਂ ਫਲਾਈਟ ਦਿੱਤੀ ਹੈ? ਹੁਣ ਉਹਨਾਂ ਨੇ ਐਕਚੁਅਲੀ ਮੇਰੀ 16th ਆਫ ਦਸੰਬਰ ਦੀ ਫਲਾਈਟ ਬੁੱਕ ਹੋਈ ਹੈ ਇੱਥੋਂ, ਲੇਕਿਨ ਜਿਵੇਂ ਕਿ ਭਾਜੀ ਨੇ ਕਿਹਾ ਕਿ 18 ਦਸੰਬਰ ਤੋਂ ਬਾਅਦ ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟ ਕੈਂਸਲ ਹੋ ਗਈਆਂ ਨੇ ਤੇ ਮੇਰੀ ਰਿਟਰਨ ਫਲਾਈਟ ਉਸ ਕਰਕੇ 18 ਜਨਵਰੀ ਤੋਂ। ਹਾਂਜੀ 18 ਜਨਵਰੀ ਤੋਂ, ਲੇਕਿਨ ਮੇਰੀ 15th ਜਨਵਰੀ ਦੀ ਜਿਹੜੀ ਫਲਾਈਟ ਸੀ ਉਹਨਾਂ ਨੇ ਫਿਰ ਮੇਰੀ ਵਾਇਆ ਦਿੱਲੀ ਬੁੱਕ ਕੀਤੀ ਕਿਉਂਕਿ ਡਾਇਰੈਕਟ ਅੰਮ੍ਰਿਤਸਰ ਦੀ ਫਲਾਈਟ ਉਹਨਾਂ ਨੂੰ ਮਿਲ ਨਹੀਂ ਸੀ ਕੋਈ। ਤੇ ਰਿਟਰਨ ਫਲਾਈਟ ਜਿਹੜੀਆਂ ਹੁਣ ਫਲਾਈਟਸ ਨੇ ਇਹ ਅੰਮ੍ਰਿਤਸਰ ਤੋਂ ਦੋਹਾ, ਅੰਮ੍ਰਿਤਸਰ ਤੋਂ ਦਿੱਲੀ 에ਅਰ ਇੰਡੀਆ ਤੇ ਫਿਰ ਉੱਥੋਂ ਤੁਸੀਂ ਦੋਹਾ ਤੋਂ ਜਿਹੜੀਆਂ ਇਹਨਾਂ ਦਾ ਨਾਰਮਲ ਜਿਹੜਾ ਸ਼ਡਿਊਲ ਸੀਗਾ ਦੋਹਾ ਤੋਂ ਫਿਲਾਡੈਲਫੀਆ, ਦੋਹਾ ਤੋਂ ਮੇਰੀ ਫਿਲਾਡੈਲਫੀਆ ਐਂਡ ਦੈਨ ਡੇਟਨ, ਫਿਰ ਉਸ ਤੋਂ ਬਾਅਦ ਇਹ ਡੇਟਨ ਆਉਣਗੇ। ਸੋ ਇਹ ਤੁਹਾਨੂੰ ਅਸੀਂ ਅਪਡੇਟ ਦੇ ਰਹੇ ਹਾਂ ਕਿ ਜੇਕਰ ਤੁਸੀਂ ਆਪਣੀ ਫਲਾਈਟ ਜ਼ਰੂਰ ਚੈੱਕ ਕਰੋ। ਪਹਿਲਾਂ ਵੀ ਅਸੀਂ ਦੱਸ ਚੁੱਕੇ ਸਾਂ ਕਿ ਭਾਰਤ ਨੂੰ ਫਲਾਈਟਾਂ ਬੰਦ ਨਹੀਂ ਹੋ ਰਹੀਆਂ। ਕਾਫੀ ਲੋਕਾਂ ਨੂੰ ਲੱਗ ਰਿਹਾ ਕਿ 15 ਦਸੰਬਰ ਤੋਂ ਬੰਦ ਹੋ ਰਹੇ, ਰਿਊਮਰਸ ਹੋ ਰਹੇ ਨੇ। ਫਲਾਈਟਸ ਸਸਪੈਂਡ ਹੋਈਆਂ ਨੇ ਪਿਛਲੇ ਸਾਲ ਜਦੋਂ ਕੋਵਿਡ ਸ਼ੁਰੂ ਹੋਇਆ ਉਦੋਂ ਦੀਆਂ ਸਸਪੈਂਡ ਹੋਈਆਂ ਨੇ। ਉਹਦੀ ਗੱਲ ਕਰ ਰਹੇ ਨੇ ਕਿ 31 ਜਨਵਰੀ ਤੱਕ ਫਲਾਈਟਾਂ ਸਸਪੈਂਡ ਨੇ ਜਿਹੜੀਆਂ ਰੈਗੂਲਰ ਪਹਿਲਾਂ ਚੱਲਦੀਆਂ ਸਨ, ਤੇ ਇਹ ਫਲਾਈਟਸ ਜਿਹੜੀਆਂ ਨੇ 에ਅਰ ਬਬਲ ਐਗਰੀਮੈਂਟਸ ਦੇ ਤਹਿਤ ਚੱਲ ਰਹੀਆਂ ਨੇ। ਸੋ ਇਹ ਸਾਡੇ ਕੋਲ ਸਟੂਡੈਂਟਸ ਨੇ, ਕਾਫੀ ਵਿਦਿਆਰਥੀਆਂ ਨੇ ਵਾਪਸ ਵੀ ਆਉਣਾ ਵਾ ਤੇ ਇਹ ਇੰਡੀਆ ਕੁਝ ਖਾਸ ਪ੍ਰੋਗਰਾਮ ਇਹਨਾਂ ਦੇ ਫੈਮਿਲੀ ਚ ਫੰਕਸ਼ਨ ਹੈ ਜਾ ਰਹੇ ਨੇ। ਸੋ ਇਹ ਉਮੀਦ ਹੈ ਕਿ ਤੁਹਾਡਾ ਜਿਹੜਾ ਪਰਿਵਾਰਕ ਤੁਸੀਂ ਪਰਿਵਾਰ ਨੂੰ ਮਿਲੋ ਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਕੋਈ ਵੀ ਅਪਡੇਟ ਹੋਈਏ ਅਸੀਂ ਤੁਹਾਨੂੰ ਇੰਡੀਆ ਤੋਂ ਜਿਹੜੇ ਲੋਕ ਆ ਰਹੇ ਨੇ ਹੁਣ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਵੀ ਦੱਸਣਗੇ ਕਿ ਉਹਨਾਂ ਨੂੰ ਕਿੰਨੀ ਸਮੱਸਿਆ ਆ ਰਹੀ ਹੈ। ਬਹੁਤ ਲੋਕਾਂ ਨੂੰ ਇਸ ਵਕਤ ਪ੍ਰੋਬਲਮ ਆ ਰਹੀਆਂ ਨੇ ਫਲਾਈਟਸ ਦੀਆਂ ਤੇ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਇਹ ਜਿਹੜੀ ਗੱਲਬਾਤ ਹੈ ਜਾਰੀ ਰੱਖਾਂਗੇ। ਤੇ ਅਗਲੀ ਗੱਲਬਾਤ ਵਿੱਚ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਹਰਰੂਪ ਸਿੰਘ, ਉਹ ਉੱਥੇ ਇੰਡੀਆ ਨੇ, ਅੰਮ੍ਰਿਤਸਰ ਨੇ, ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਕਿੰਨੀ ਵਾਰੀ 2-3 ਵਾਰੀ ਇਸ ਤਰ੍ਹਾਂ ਫਲਾਈਟਸ ਦੀ ਜਿਹੜੀ ਬੁਕਿੰਗ ਹੈ ਉਹ ਕੈਂਸਲ ਕਰਵਾਉਣੀ ਪਈ। ਤੇ ਹਰਸ਼ਦੀਪ ਬਹੁਤ ਬਹੁਤ ਧੰਨਵਾਦ। ਹੈਵ ਅ ਸੇਫ ਫਲਾਈਟ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਵੇਂ ਮੈਂ ਫਲਾਈਟ ਬੁੱਕ ਕਰਵਾਈ ਤਾਂ ਤੁਸੀਂ ਰੈਗੂਲਰਲੀ ਅਗਰ ਤੁਸੀਂ ਵੀ ਬੁੱਕ ਕਰਾਈ ਹੈ ਜਾਂ ਕਰਵਾ ਰਹੇ ਹੋ ਤੇ ਆਪਣੀ ਈਮੇਲ ਤੇ ਰੋਜ਼ ਹੀ ਚੈੱਕ ਕਰਦੇ ਰਹੋ ਕਿਉਂਕਿ ਅੱਜ ਕੱਲ ਦਾ ਜੋ ਬਣ ਰਿਹਾ ਪ੍ਰੋਗਰਾਮ ਤੇ ਉਹ ਫਲਾਈਟਸ ਬਹੁਤ ਜਲਦੀ ਕੈਂਸਲ ਹੋ ਰਹੀਆਂ ਨੇ। ਨਾਲੇ ਕਤਰ 에ਅਰਵੇਜ਼ ਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਰੱਖੋ ਤੇ ਆਪਣਾ ਬੁਕਿੰਗ ਰੈਫਰੈਂਸ ਪਾ ਕੇ ਰੱਖੋ, ਤੁਹਾਡੀ ਫਲਾਈਟ ਦੀ ਸਾਰੀ ਡਿਟੇਲ ਆ ਜਾਂਦੀ ਨੇ ਉੱਤੇ ਤੇ ਅਗਰ ਕੋਈ ਕੈਂਸਲੇਸ਼ਨ ਹੁੰਦੀ ਹੈ ਤੇ ਉੱਥੇ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਪਾਰਸ਼ਲੀ ਕਨਫਰਮਡ ਲਿਖਿਆ ਆ ਜਾਂਦਾ ਹੈ ਕਿਵੇਂ, ਤੇ ਇਹ ਜ਼ਰੂਰ ਕਰਨਾ ਚਾਹੀਦਾ ਹੈ। ਨਹੀਂ ਬਹੁਤ ਵਧੀਆ, ਥੈਂਕ ਯੂ। ਐਕਚੁਅਲੀ ਇਹ ਤੁਸੀਂ ਦੱਸਿਆ ਤੇ ਕਾਫੀ ਜਦੋਂ ਆਇਆ ਵੀ ਤੇ ਇਹਨਾਂ ਨੇ ਵੀ ਸਿੱਧੀ ਆਨਲਾਈਨ ਟਿਕਟ ਬਾਏ ਕੀਤੀ ਸੀਗੀ। ਸੋ ਤੁਸੀਂ ਕਾਫੀ ਲੋਕ, ਅਸੀਂ ਇਹ ਨਹੀਂ ਕਹਿੰਦੇ ਤੁਹਾਡੀ ਮਰਜ਼ੀ ਹੈ ਭਾਵੇਂ ਟਰੈਵਲ ਏਜੰਟ ਕੋ, ਪਰ ਕੁਝ ਪ੍ਰੋਜ਼ ਐਂਡ ਕੌਨਸ, ਫਾਇਦੇ ਤੇ ਕਈ ਕਹਿੰਦੇ ਨੁਕਸਾਨ। ਅਗਰ ਟਰੈਵਲ ਏਜੰਟ ਤੋਂ ਵੀ ਕੀਤੀ ਹੈ ਤੇ ਉਹਨਾਂ ਕੋਲ ਬੁਕਿੰਗ ਰੈਫਰੈਂਸ ਲੈ ਕੇ ਰੱਖੋ। ਹਾਂ ਤੇ ਆਪ ਚੈੱਕ ਕਰੋ, ਹਾਂਜੀ ਆਪ ਚੈੱਕ ਕਰਦੇ ਰਹੋ, ਤੁਸੀਂ ਵੈਬਸਾਈਟ ਤੇ ਜਾ ਕੇ ਚੈੱਕ ਕਰਦੇ ਰਹੋ। ਬਹੁਤ ਬਹੁਤ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਹੈਵ ਅ ਸੇਫ ਫਲਾਈਟ। ਅਸੀਂ ਤੁਹਾਨੂੰ ਪਹਿਲਾਂ ਸੁਣਾਇਆ ਕਿ ਜਿਹੜੇ ਵਿਦੇਸ਼ ਤੋਂ ਆਪਣੇ ਪੰਜਾਬੀ ਜਿਹੜੇ ਜਾ ਰਹੇ ਨੇ ਪੰਜਾਬ ਵੱਲ ਨੂੰ ਤੇ ਉਹਨਾਂ ਦੀਆਂ ਫਲਾਈਟਸ ਸਸਪੈਂਡ ਵੀ ਹੋ ਰਹੀਆਂ ਨੇ ਤੇ ਜਿਹੜੇ ਕਾਫੀ ਲੋਕ ਨੇ ਉਹ ਡਾਇਰੈਕਟ ਫਲਾਈਟਸ ਲੈ ਰਹੇ ਨੇ ਵਿਦੇਸ਼ ਤੋਂ ਇੰਡੀਆ ਲਈ, ਖਾਸ ਕਰਕੇ ਅਮਰੀਕਾ ਤੋਂ ਯੂਨਾਈਟਿਡ ਤੇ 에ਅਰ ਇੰਡੀਆ ਤੇ ਅਮਰੀਕਨ 에ਅਰਲਾਈਨਸ ਜਿਹੜੀਆਂ ਨੇ ਉਹ ਸਿੱਧੀਆਂ ਦਿੱਲੀ ਫਲਾਈਟਸ ਲੈ ਕੇ ਜਾਂਦੀਆਂ ਨੇ। ਪਰ ਪੰਜਾਬ ਲਈ ਜਾਣ ਦੀ ਜਿਹੜੀ ਆਪਸ਼ਨ ਹੈ ਉਹ ਆਪਸ਼ਨ ਇਹ ਸੀਗੀ ਜਿਹੜੀ ਕਤਰ 에ਅਰਵੇਜ਼ ਜਿਹੜੀ ਹੈ ਅਮਰੀਕਾ ਤੋਂ ਤਕਰੀਬਨ 10 ਤੋਂ 12 ਡੈਸਟੀਨੇਸ਼ਨਸ ਤੋਂ ਜਿਹੜੀ ਹੈ ਦੋਹਾ ਰਾਹੀਂ ਅੰਮ੍ਰਿਤਸਰ ਪਹੁੰਚਦੀ ਹੈ ਤੇ ਲੋਕ ਲੋਕਲੀ ਵੀ ਜਿਹੜੀਆਂ ਅਮਰੀਕਨ 에ਅਰਲਾਈਨਸ ਨਾਲ ਕਨੈਕਟ ਕਰਕੇ ਫਿਰ ਕਤਰ 에ਅਰਵੇਜ਼ ਤੇ ਅੰਮ੍ਰਿਤਸਰ ਪਹੁੰਚਦੇ ਨੇ। ਇਸੇ ਤਰ੍ਹਾਂ ਜਨਵਰੀ ਵਿੱਚ ਕਾਫੀ ਲੋਕਾਂ ਦੀ ਵਾਪਸੀ ਹੁੰਦੀ ਹੈ ਤੇ ਉਹ ਵਾਪਸ ਆਪਣੇ ਘਰ ਵੱਲ ਨੂੰ ਪਰਤਦੇ ਨੇ, ਖਾਸ ਕਰਕੇ ਜਿਹੜੇ ਵਿਦੇਸ਼ ਤੋਂ ਜਾਂਦੇ ਨੇ। ਤੇ ਇਸੇ ਤਹਿਤ ਵੱਡੀ ਗਿਣਤੀ ਜਿਹੜੀ ਹੈ ਉਹ ਸਟੂਡੈਂਟਸ ਦੀ ਵੀ ਹੈ। ਪੰਜਾਬ ਤੋਂ ਸਟੂਡੈਂਟ ਜਿਹੜੇ ਅਮਰੀਕਾ ਨੂੰ ਆ ਰਹੇ ਨੇ। ਜਿਹੜਾ ਕੈਨੇਡਾ ਹੈ, ਕੈਨੇਡਾ ਵਿੱਚ ਪ੍ਰੋਬਲਮ ਇਹ ਵਾ ਕਿ ਤੁਹਾਨੂੰ ਦਿੱਲੀ ਹਵਾਈ ਅੱਡੇ ਤੇ ਤੁਹਾਨੂੰ ਟੈਸਟ ਕਰਵਾਉਣਾ ਪੈਂਦਾ ਵਾ। ਜੇ ਤੁਸੀਂ ਟ੍ਰਾਂਜ਼ਿਟ ਕਰਦੇ ਜੇ ਕੈਨੇਡਾ ਜਾਣ ਲਈ ਫਿਰ ਤੁਹਾਨੂੰ ਟ੍ਰਾਂਜ਼ਿਟ 에ਅਰਪੋਰਟ ਤੇ ਜਿਹੜਾ ਹੈ ਉਹ ਟੈਸਟ ਕਰਵਾਉਣਾ ਪੈਂਦਾ। ਇਸ ਕਰਕੇ ਕਤਰ 에ਅਰਵੇਜ਼ ਦੀਆਂ ਫਲਾਈਟਸ ਤੇ ਲੋਕ ਕੈਨੇਡਾ ਨਹੀਂ ਸਨ ਆ ਪਾ ਰਹੇ ਉਧਰੋਂ ਦੀ, ਪਰ ਕੈਨੇਡਾ ਤੋਂ ਅੰਮ੍ਰਿਤਸਰ ਜਾ ਪਾ ਰਹੇ ਸਨ। ਪਰ ਹੁਣ ਜਿਹੜੀ ਅਸੀਂ ਤੁਹਾਨੂੰ ਖਬਰ ਦਿੱਤੀ ਹੈ ਕਿ ਕਤਰ 에ਅਰਵੇਜ਼ ਦੀਆਂ ਫਲਾਈਟਸ ਜਿਹੜੀਆਂ ਨੇ ਕਾਫੀ ਲੋਕਾਂ ਨੂੰ ਕੈਂਸਲੇਸ਼ਨ ਨੋਟਿਸਿਸ ਆਏ ਨੇ। ਵੈਬਸਾਈਟ ਤੇ ਉਹਨਾਂ ਦੀ ਜਨਵਰੀ, ਫਰਵਰੀ, ਮਾਰਚ ਦੀ ਬੁਕਿੰਗ ਇਸ ਵਕਤ ਬਿਲਕੁਲ ਬੰਦ ਹੋ ਗਈ ਹੈ। ਅਪ੍ਰੈਲ ਤੋਂ ਫਿਰ ਤੋਂ ਸ਼ੁਰੂ ਹੈ। ਸੋ ਆਓ ਗੱਲ ਕਰਦੇ ਹਾਂ ਉੱਥੋਂ ਜਿਹੜੇ ਸਟੂਡੈਂਟ ਨੇ ਪੰਜਾਬ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਇਸ ਤਰ੍ਹਾਂ ਇੱਕ ਸਟੂਡੈਂਟ ਜਿਹੜੇ ਨੇ ਉਹ ਅਮਰੀਕਾ ਵੱਲ ਨੂੰ ਆਉਣਾ ਸੀ, ਖਾਸ ਕਰਕੇ ਉਹਨਾਂ ਨੇ ਡੇਟਨ ਓਹਾਇਓ ਆਉਣਾ ਸੀ। ਤੇ ਆਓ ਅਸੀਂ ਗੱਲ ਕਰਦੇ ਹਾਂ ਹਰਰੂਪ ਸਿੰਘ। ਪਹਿਲਾਂ ਤੇ ਬੜੀ ਖੱਜਲ ਖੁਆਰੀ ਹੋਈ, ਟਿਕਟ ਮਿਲਣਾ ਬੜੀਆਂ ਔਖੀਆਂ ਨੇ ਤੇ ਉਹ ਇੱਥੇ ਪੜ੍ਹਨ ਲਈ ਆ ਰਹੇ ਨੇ। ਤੇ ਆਓ ਸੁਣਦੇ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਫਲਾਈਟ ਜਿਹੜੀ ਚੇਂਜ ਹੋਈ ਹੈ। ਤੇ ਤੁਸੀਂ ਵੀ ਇਸੇ ਤਰ੍ਹਾਂ ਆਪਣਾ ਜਿਹੜਾ ਹੈ ਜ਼ਰੂਰ ਆਪਣੀਆਂ ਫਲਾਈਟਸ ਬਾਰੇ ਪਤਾ ਜ਼ਰੂਰ ਕਰੋ। ਹਰਰੂਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅਮਰੀਕਾ, ਤੁਹਾਡੀ ਕਦੋਂ ਦੀ ਫਲਾਈਟ ਸੀ ਕਤਰ 에ਅਰਵੇਜ਼ ਦੀ ਤੇ ਇਹ ਤੁਹਾਨੂੰ ਕਦੋਂ ਨੋਟਿਸ ਮਿਲਿਆ ਕਿ ਕੈਂਸਲ ਹੋ ਗਈ ਹੈ? ਸੋ 1 ਮਹੀਨੇ ਪਹਿਲਾਂ ਮੈਂ 25 ਦਸੰਬਰ ਦੀ ਬੁਕਿੰਗ ਕਰਵਾਈ ਸੀਗੀ ਫਲਾਈਟ ਦੀ, ਕਤਰ 에ਅਰਵੇਜ਼ ਦੀ, ਫਰੋਮ ਅੰਮ੍ਰਿਤਸਰ ਟੂ ਡੇਟਨ। ਸੋ ਕੱਲ ਹੀ 13 ਦਸੰਬਰ ਨੂੰ 10 ਦਿਨ ਪਹਿਲਾਂ ਹੀ ਇਹ ਮੇਰੇ ਕੈਂਸਲੇਸ਼ਨ ਦੀ ਮੈਨੂੰ ਨੋਟਿਸ ਆਇਆ ਸੀਗਾ। ਸੋ ਤੁਹਾਨੂੰ
ਤੁਹਾਨੂੰ ਉਹਨਾਂ ਨੇ ਕਿੱਥੋਂ ਅੰਮ੍ਰਿਤਸਰ ਤੋਂ 에ਅਰ ਇੰਡੀਆ ਨਾਲ ਉਹਨਾਂ ਨੇ ਵਾਇਆ ਦਿੱਲੀ ਬੁੱਕ ਕੀਤਾ? ਹਾਂਜੀ, ਸੋ ਮੇਰੀ ਫਿਰ ਮੈਂ ਉਹਨਾਂ ਨੂੰ ਜਦੋਂ ਕਾਲ ਕੀਤੀ ਹੈਲਪਲਾਈਨ ਨੰਬਰ ਤੇ, ਤਾਂ ਉਹਨਾਂ ਨੇ ਮੈਨੂੰ ਨਿਊ ਫਲਾਈਟ ਦਿੱਤੀ ਹੈ ਜੋ ਕਿ ਅੰਮ੍ਰਿਤਸਰ ਤੋਂ 에ਅਰ ਇੰਡੀਆ ਦੇ ਥਰੂ ਦਿੱਲੀ ਜਾਏਗੀ, ਐਂਡ ਦੈਨ ਦਿੱਲੀ ਤੋਂ ਦੋਹਾ ਫਿਲਾਡੈਲਫੀਆ, ਐਂਡ ਦੈਨ ਫਿਲਾਡੈਲਫੀਆ ਟੂ ਡੇਟਨ ਹੈ ਫਲਾਈਟ। ਅੱਛਾ, ਤੁਸੀਂ ਡੇਟਨ ਦੀ ਜਿਹੜੀ ਫਲਾਈਟ ਹੈ ਉਹ ਤੁਹਾਨੂੰ ਹੁਣ ਉੱਥੋਂ ਫਿਲਾਡੈਲਫੀਆ ਤੋਂ ਡੇਟਨ ਤੁਹਾਡੀ ਅਮਰੀਕਨ 에ਅਰਲਾਈਨਸ ਨਾਲ ਫਲਾਈਟ ਹੈ ਜੀ। ਤੇ ਤੁਸੀਂ ਜਦੋਂ ਇਹ ਸਾਰੀਆਂ ਫਲਾਈਟਸ ਦੇਖਣੀਆਂ ਸ਼ੁਰੂ ਕੀਤੀਆਂ, ਜਦੋਂ ਤੁਹਾਡਾ ਵੀਜ਼ਾ ਵੀ ਲੱਗਾ ਅਮਰੀਕਾ ਦਾ, ਤੁਹਾਨੂੰ ਬਹੁਤ, ਤੁਸੀਂ ਦੱਸ ਰਹੇ ਸੀ ਬਹੁਤ ਤੁਹਾਨੂੰ ਪ੍ਰੋਬਲਮ ਵੀ ਆਈ, ਟਿਕਟਾਂ ਬਹੁਤ ਮਹਿੰਗੀਆਂ ਨੇ, ਕੀ ਤੁਹਾਡੀ ਪਹਿਲਾਂ ਵੀ ਕੋਈ ਫਲਾਈਟ ਤੁਸੀਂ ਬੁੱਕ ਕਰਵਾਈ ਸੀ ਜਿਹੜੀ ਕੈਂਸਲ ਹੋਈ ਹੈ? ਜੀ, ਮੈਂ ਪਹਿਲਾਂ ਇਤਿਹਾਦ 에ਅਰਲਾਈਨਸ ਦੇ ਨਾਲ ਫਲਾਈਟ ਬੁੱਕ ਕਰਾਈ ਸੀ ਜੋ ਕਿ 1 ਜਨਵਰੀ ਦੀ ਬੁੱਕ ਸੀਗੀ, ਤੇ ਉਹ ਵੀ ਇਸੇ ਤਰ੍ਹਾਂ ਹੀ ਐਕਸਪੀਰੀਅੰਸ ਰਿਹਾ। ਲਾਈਕ 1 ਮਹੀਨੇ ਪਹਿਲਾਂ ਉਹ ਵੀ ਮੈਨੂੰ ਕੈਂਸਲੇਸ਼ਨ ਦੀ ਈਮੇਲ ਆ ਗਈ ਸੀ, ਤੇ ਉਸ ਲਈ ਵੀ ਬਹੁਤ ਜ਼ਿਆਦਾ ਉਹਨਾਂ ਦੀ 에ਅਰਲਾਈਨਸ ਨਾਲ ਈਜ਼ੀਲੀ ਕੰਟੈਕਟ ਵੀ ਨਹੀਂ ਹੋ ਸਕਿਆ। ਸੋ ਆਫਟਰ ਅ ਲੋਟ ਆਫ ਸਟਰਗਲਸ ਮੈਨੂੰ ਰਿਫੰਡ ਮਿਲਿਆ ਹੈ। ਦੈਨ ਉਸ ਤੋਂ ਬਾਅਦ ਹੀ ਫਿਰ ਮੈਂ ਕਤਰ 에ਅਰਲਾਈਨਸ ਨਾਲ ਬੁਕਿੰਗ ਕਰਵਾਈ ਸੀਗੀ। ਸੋ ਸਾਡੇ ਜਿਹੜੇ ਕਾਫੀ ਪੰਜਾਬੀਆਂ ਦਾ ਪਹਿਲਾਂ ਕੋਸ਼ਿਸ਼ ਵੀ ਹੁੰਦੀ ਹੈ, ਖਾਸ ਕਰਕੇ ਅੰਮ੍ਰਿਤਸਰ ਵਾਲੇ ਪਾਸੇ, ਕਿ ਅਸੀਂ ਅੰਮ੍ਰਿਤਸਰ ਤੋਂ ਹੀ ਫਲਾਈਟ ਲਈਏ, ਸਾਨੂੰ ਦਿੱਲੀ ਜਾ ਕੇ ਕੁਝ ਘੰਟੇ ਐਕਸਟਰਾ ਜਾਂ ਹੋਰ ਖੱਜਲ ਖੁਆਰੀ ਨਾ ਹੋਵੇ। ਪਰ ਇਹ ਜਿਹੜੀਆਂ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਿਆ ਹੈ, ਇਹ ਜਿਹੜੀਆਂ ਫਲਾਈਟਸ ਨੇ ਇਸ ਵਕਤ ਚੱਲ ਰਹੀਆਂ ਨੇ ਅਸਥਾਈ ਹਵਾਈ ਸਮਝੌਤੇ, ਇਸ ਨੂੰ ਉਹਨਾਂ ਨੇ 에ਅਰ ਬਬਲ ਐਗਰੀਮੈਂਟਸ ਕਹਿੰਦੇ ਨੇ, ਤੇ ਉਹ ਕਹਿੰਦੇ ਨੇ ਇਸ ਦੀਆਂ ਕਾਫੀ ਲਿਮਿਟੇਸ਼ਨਸ ਨੇ, ਇਸ ਕਰਕੇ ਉਹਨਾਂ ਨੇ ਲਿਮਿਟਡ ਫਲਾਈਟਸ ਦਿੱਤੀਆਂ ਹੋਈਆਂ ਨੇ। ਤੇ ਇਹਨਾਂ ਦੀ ਪਹਿਲਾਂ ਇਤਿਹਾਦ ਤੋਂ ਦਿੱਲੀ ਤੋਂ ਫਲਾਈਟ ਸੀਗੀ, ਤੇ ਉਹ ਵੀ ਇਹਨਾਂ ਦੀ ਫਲਾਈਟ ਜਿਹੜੀ ਇਤਿਹਾਦ ਨੇ ਕੈਂਸਲ ਕਰ ਦਿੱਤੀ, ਕਿਉਂਕਿ ਉਹਨਾਂ ਦੀ ਦਿੱਲੀ ਤੋਂ ਜਿਹੜੀ ਹੈ ਆਬੂ ਧਾਬੀ ਦੀ ਫਲਾਈਟ ਕੈਂਸਲ ਹੋਈ ਸੀ। ਸੋ ਇਹ ਜਿਹੜਾ ਇਫੈਕਟ ਹੋ ਰਿਹਾ, ਅਸਰ ਹੋ ਰਿਹਾ ਹੈ, ਇਹ ਸਾਰੇ ਪਾਸੇ ਹੋ ਰਿਹਾ ਨੇ। ਪਰ ਕਤਰ 에ਅਰਵੇਜ਼ ਜਿਹੜੀ ਇਸ ਵਕਤ ਹੈ, ਜੋ ਅਸੀਂ ਚੈੱਕ ਕੀਤਾ ਵਾ, ਉਹਨਾਂ ਦੀਆਂ 3 ਫਲਾਈਟਸ ਨੇ ਰੋਜ਼ ਦੀਆਂ ਦਿੱਲੀ ਤੋਂ। ਇਹ ਉਸ ਇੰਜ ਲੱਗ ਰਿਹਾ ਹੈ ਕਿ ਜਿਹੜੀਆਂ ਫਲਾਈਟਸ ਘਟਾਈਆਂ ਗਈਆਂ ਨੇ ਉਹ ਅੰਮ੍ਰਿਤਸਰ ਹੈ। ਅਸੀਂ ਕੁਝ ਹੋਰ 1-2 ਜਿਹੜੇ 에ਅਰਪੋਰਟ ਨੇ ਹੋਰ ਉਹ ਵੀ ਚੈੱਕ ਕੀਤੇ ਨੇ, ਪਰ ਦੁੱਖ ਵਾਲੀ ਗੱਲ ਇਹ ਹੈ ਕਿ ਭਾਰਤ ਸਰਕਾਰ ਜਿਹੜੀ ਹੈ, ਜੇਕਰ ਉਹ ਲਿਮਿਟੇਸ਼ਨਸ ਪਾ ਰਹੀ ਹੈ ਫਲਾਈਟਸ ਤੇ ਉਹ ਦੂਜੇ ਜਿਹੜੇ ਛੋਟੇ ਹਵਾਈ ਅੱਡੇ ਨੇ ਉਹਨਾਂ ਤੋਂ ਪਾ ਰਹੀ ਹੈ, ਤੇ ਦਿੱਲੀੋਂ ਉਹਨਾਂ ਨੂੰ ਚਾਹੀਦਾ, ਹਾਲੇ ਬਹੁਤ ਫਲਾਈਟਸ ਨੇ। ਸੋ ਇਸ ਕਰਕੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ, ਜੇ ਇਹ ਰੀਜਨਲ 에ਅਰਪੋਰਟਸ ਨੇ, ਕਿਉਂ ਤੁਸੀਂ ਲੋਕਾਂ ਨੂੰ ਫੋਰਸ ਕਰ ਰਹੇ ਜੇ ਵਾਇਆ ਦਿੱਲੀ ਜਾਣ ਲਈ, ਜਾਂ ਕਿਸ ਤਰ੍ਹਾਂ ਵੀ ਹੈ। ਸਾਨੂੰ ਪੂਰੀ ਅਜੇ ਜਾਣਕਾਰੀ ਨਹੀਂ ਹੈ ਕਿ ਇਹ ਕਿਉਂ ਬਿਲਕੁਲ ਉਹਨਾਂ ਦੇ ਬੰਦ ਕਿਉਂ ਕਰ ਦਿੱਤੀ ਹੈ। ਪਰ ਤੁਸੀਂ ਸੁਣ ਸਕਦੇ ਹੋ ਕਿ ਇਹਨਾਂ ਨੇ ਵੀ ਹੁਣ ਅਮਰੀਕਾ ਆਉਣਾ ਸੀ, ਪਰ ਲੱਕੀਲੀ ਇਹਨਾਂ ਨੂੰ 에ਅਰ ਇੰਡੀਆ ਦੀ ਫਲਾਈਟ ਜਿਹੜੀ ਹੈ ਉਹਨਾਂ ਨੇ ਅੰਮ੍ਰਿਤਸਰ ਤੋਂ ਦਿੱਲੀ, ਤੇ ਫਿਰ ਦਿੱਲੀ ਤੋਂ ਇਹਨਾਂ ਨੇ ਹੁਣ ਉਸੇ ਜਿਹੜੀ ਫਲਾਈਟ ਹੈ ਦੋਹਾ ਜਾਣਾ ਕਤਰ 에ਅਰਵੇਜ਼ ਤੇ। ਪਰ ਫਿਰ ਦੱਸ ਦਈਏ, ਕਤਰ 에ਅਰਵੇਜ਼ ਦੀਆਂ ਇਸ ਵਕਤ ਜੋ ਹੈ ਵੈਬਸਾਈਟ ਤੇ ਵੀ ਉਹਨਾਂ ਦੀਆਂ ਫਲਾਈਟਸ ਜਿਹੜੀਆਂ ਨੇ ਉਹ ਸਸਪੈਂਡ ਨੇ ਹੁਣ। ਜੋ ਵੀ ਜਿਹੜੀਆਂ ਅਪਡੇਟਸ ਨੇ ਅਸੀਂ ਤੁਹਾਨੂੰ ਉਹ ਜ਼ਰੂਰ ਦਿੰਦੇ ਰਵਾਂਗੇ। ਹਰਰੂਪ ਸਿੰਘ ਜੀ, ਹੋਰ ਤੁਸੀਂ ਕੋਈ ਗੱਲ, ਤੁਸੀਂ ਪਹਿਲਾਂ ਫਲਾਈਟਸ ਦੇਖ ਰਹੇ ਸੀ, ਕਿੰਨੀ ਕੁ ਤੁਹਾਨੂੰ ਪ੍ਰਾਈਸ ਆ ਰਹੀ ਸੀ, ਜਿੱਦਾਂ ਪਹਿਲਾਂ ਤੁਸੀਂ ਕਿੰਨੇ ਦੇ ਲਈ ਸੀ ਟਿਕਟ? ਤੇ ਹੋਰ ਜਿਹੜੀਆਂ 에ਅਰਲਾਈਨਸ ਨੇ, ਯੂਨਾਈਟਿਡ, 에ਅਰ ਇੰਡੀਆ, ਜੋ ਕਿ ਸਿੱਧੀਆਂ ਆਉਂਦੀਆਂ ਨੇ, ਤੁਹਾਡੀ ਕੋਸ਼ਿਸ਼ ਤੇ ਉਹੀ ਸੀਗੀ ਕਿ ਤੁਸੀਂ ਉੱਤੇ ਕਿੰਨੀ ਕੁ ਪ੍ਰਾਈਸ ਤੁਹਾਨੂੰ ਆ ਰਹੀ ਸੀ ਮਹੀਨਾ ਪਹਿਲਾਂ? ਸੋ ਮੇਰਾ ਐਕਸਪੀਰੀਅੰਸ ਕੁਛ ਇੱਦਾਂ ਹੀ ਰਿਹਾ ਕਿ ਜੋ ਹੁਣ ਕਰੰਟ ਪ੍ਰਾਈਸ ਚੱਲ ਰਿਹਾ ਹੈ ਟਿਕਟਸ ਦਾ, ਉਹ 3 ਤੋਂ 4 ਗੁਣਾ ਚੱਲ ਰਿਹਾ ਹੈ। ਸੋ ਮਤਲਬ ਕਾਫੀ ਐਕਸਪੈਂਸਿਵ ਨੇ ਹੁਣ। 20 ਦਸੰਬਰ ਤੋਂ ਲੈ ਕੇ 10 ਜਨਵਰੀ ਦੇ ਦੌਰਾਨ ਜਿੰਨੀਆਂ ਵੀ ਫਲਾਈਟਸ ਆ ਰਹੀਆਂ ਨੇ, ਬਹੁਤ ਐਕਸਪੈਂਸਿਵ ਨੇ। ਹਾਂਜੀ ਜੀ, 20 ਦਸੰਬਰ ਤੋਂ ਖਾਸ ਕਰਕੇ ਕਾਫੀ ਫਲਾਈਟਸ, ਕਿਉਂਕਿ ਫਲਾਈਟਸ ਘੱਟ ਨੇ, ਤੁਸੀਂ ਟ੍ਰਾਂਜ਼ਿਟ ਥਰੂ ਜੇ ਕਰਨਾ ਹੋਵੇ ਦੂਜੇ ਮੁਲਕਾਂ ਥਾਣੀ, ਤੇ ਉਹਨਾਂ ਦੀ ਫਲਾਈਟਾਂ ਘਟਾਈਆਂ ਗਈਆਂ ਨੇ। ਸੋ ਹਰਰੂਪ, ਤੁਹਾਨੂੰ ਸ਼ੁਭਕਾਮਨਾਵਾਂ। ਹੈਵ ਅ ਸੇਫ ਫਲਾਈਟ। ਉਮੀਦ ਹੈ ਕਿ ਇਹ ਵੀ ਫਲਾਈਟ ਜਿਹੜੀ ਤੁਹਾਡੀ ਜਿਹੜੀ ਜਾਣੀ ਹੈ 24 ਤਰੀਕ ਨੂੰ, ਇਹ ਕੈਂਸਲ ਨਹੀਂ ਹੋਊਗੀ। ਹੈਵ ਅ ਸੇਫ, ਵਿਸ਼ ਯੂ ਆਲ ਦ ਬੈਸਟ, ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ, ਤੇ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੋ ਤੁਸੀਂ ਦੇਖਿਆ ਕਿਵੇਂ ਜਿਹੜੇ ਉਧਰੋਂ ਵਿਦਿਆਰਥੀ ਵੀ ਆਉਣ ਵਾਲੇ ਨੇ ਅਮਰੀਕਾ ਵਿੱਚ, ਉਹਨਾਂ ਨੂੰ ਵੀ ਪ੍ਰੋਬਲਮਸ ਆ ਰਹੀਆਂ ਨੇ। ਇਸੇ ਤਰ੍ਹਾਂ ਦੂਜੀਆਂ ਕੰਟਰੀਜ਼ ਵੀ ਜਿਹੜੇ ਜਾ ਰਹੇ ਨੇ, ਭਾਵੇਂ ਉਹ ਯੂਰਪ ਜਾ ਰਹੇ ਨੇ ਕਤਰ 에ਅਰਵੇਜ਼ ਤੇ, ਸਿੰਪਲੀ ਲਿਮਿਟੇਸ਼ਨਸ ਲਾ ਕੇ, ਤੇ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ, ਇੱਕ ਤੇ ਆਲਰੇਡੀ ਬੜੇ ਲੋਕ ਪਹਿਲਾਂ ਮਿਲੇ ਨਹੀਂ ਪਰਿਵਾਰ ਨੂੰ, ਤੇ ਹੁਣ ਜਦੋਂ ਮਿਲਣ ਵੀ ਆ ਰਹੇ ਨੇ, ਤੇ ਉਹਨਾਂ ਨੂੰ ਜਿਹੜੀਆਂ ਉਡਾਨਾਂ ਜਿਹੜੀਆਂ ਨੇ ਬਹੁਤ ਘੱਟ ਨੇ। ਜੇਕਰ ਕੋਈ ਆਪਸ਼ਨ ਨਹੀਂ ਮਿਲਦੀ ਵਾਇਆ ਦਿੱਲੀ ਆਉਣ ਦੀ ਵੀ, ਤੇ ਉਹ ਉਸ ਨੂੰ ਫਲਾਈਟਸ ਨੂੰ ਕੈਂਸਲ ਹੋ ਕੇ ਫਿਰ ਉਹ ਨਵੀਂ ਫਲਾਈਟ ਲੈਣਗੇ, ਤੇ ਉਹਦੀ ਪ੍ਰਾਈਸ ਵੀ ਜਿਹੜੀ ਹੈ ਬਹੁਤ ਜ਼ਿਆਦਾ ਹੈ। ਸੋ ਇਹ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਜਦੋਂ ਜੇ ਆਪਾਂ ਨੰਬਰ ਆਫ ਫਲਾਈਟਸ ਲਿਮਿਟ ਕਰ ਰਹੇ ਹਾਂ, ਤੇ ਦਿੱਲੀ ਹਵਾਈ ਅੱਡਾ ਅਸੀਂ ਦੇਖਿਆ, ਤਸਵੀਰਾਂ ਵੀ ਬੜੀਆਂ ਵਾਇਰਲ ਹੋਈਆਂ ਸਨ, ਕਿਵੇਂ ਉੱਥੇ ਟੈਸਟ ਹੋਣ ਕਰਕੇ ਭਰਿਆ ਪਿਆ ਸੀ। ਅੰਮ੍ਰਿਤਸਰ ਹਵਾਈ ਅੱਡਾ ਇੰਨੀਆਂ ਜ਼ਿਆਦਾ ਫਲਾਈਟਸ ਨਹੀਂ ਆ ਰਹੀਆਂ ਇੰਟਰਨੈਸ਼ਨਲ, ਤੁਸੀਂ ਕਿਉਂ ਨਹੀਂ ਜਿਹੜੇ ਰੀਜਨਲ 에ਅਰਪੋਰਟਸ, ਕਿਉਂ ਨਹੀਂ ਉੱਥੇ ਉਹਨਾਂ ਨੂੰ ਅਲਾਉ ਕਰਦੇ
ਤਾਂ ਜੋ ਉੱਥੇ ਉਹ ਫਲਾਈਟਸ ਜਾ ਸਕਣ ਤੇ ਲੋਕਾਂ ਨੂੰ ਜਿਹੜੇ ਹਜ਼ਾਰਾਂ ਡਾਲਰ ਵੱਧ ਖਰਚਣੇ ਪੈ ਰਹੇ ਨੇ। ਕੀ ਇਹਦੇ ਵਿੱਚ ਕੋਈ ਉਹਨਾਂ ਦਾ ਪਲਾਨ ਹੈ ਕਿ ਕੁਝ ਇੰਡੀਅਨ ਕੈਰੀਅਰਸ ਦਾ ਕਿਸ ਤਰ੍ਹਾਂ ਵੀ ਉਹਨਾਂ ਨੂੰ ਫਲਾਈਟਸ ਮਿਲਣ, ਪਰ ਇੰਨੀ ਜ਼ਿਆਦਾ ਕੀਮਤ ਦੇਣੀ ਪਵੇ ਤੇ ਇਸ ਤਰ੍ਹਾਂ ਖੱਜਲ ਖੁਆਰੀ ਹੋਵੇ, ਇਹ ਵੀ ਇੱਕ ਚੰਗੀ ਗੱਲ ਨਹੀਂ ਹੈ। ਲੋਕ ਇਸ ਤਰ੍ਹਾਂ ਟਰੈਵਲ ਨਹੀਂ ਕਰਨਗੇ, ਘੱਟ ਕਰਨਗੇ। ਅਸੀਂ ਜਾਣਦੇ ਹਾਂ ਕਿ ਕੋਵਿਡ ਕਰਕੇ ਜੇ ਤੁਹਾਨੂੰ ਜਸਟ ਨੈਸੈਸਰੀ ਟਰੈਵਲ ਹੈ ਫੇਰ ਹੀ ਯਾਤਰਾ ਕਰੋ, ਪਰ ਕਾਫੀ ਲੋਕ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਨੇ ਭਾਰਤੀ ਵਿਦੇਸ਼ ਵਸਦੇ ਨੇ ਤੇ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਹੈ ਤੇ ਉਹਨਾਂ ਨੂੰ ਆਉਣਾ ਪੈਂਦਾ ਹੈ, ਜਾਂ ਇੱਧਰ ਵੀ ਆਉਣਾ ਪੈਂਦਾ ਅਮਰੀਕਾ ਨੇ ਜਿਹੜੇ ਵੀਜ਼ਾ ਵਗੈਰਾ ਵਾ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਹੁਣ ਕਾਫੀ ਦੇਰ ਤੋਂ ਬਹਾਲ ਕਰ ਦਿੱਤੇ ਨੇ। ਸੋ ਉਮੀਦ ਹੈ ਕਿ ਇਹ ਜਿਹੜੀ ਪ੍ਰੋਬਲਮ ਹੈ ਜਲਦੀ ਤੋਂ ਜਲਦੀ ਹੱਲ ਹੋਏਗੀ। ਕੋਈ ਵੀ ਅਪਡੇਟ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਅਗਾਂਹ ਵੀ ਤੁਹਾਨੂੰ ਅਸੀਂ ਕੋਈ ਅਪਡੇਟ ਦਿੰਦੇ ਰਵਾਂਗੇ। ਜੇਕਰ ਸਾਨੂੰ ਕੋਈ ਅਪਡੇਟ ਆਈ ਕਿ ਕਤਰ ਨੇ ਫਿਰ ਤੋਂ ਰੀਬੁਕਿੰਗ ਸ਼ੁਰੂ ਕਰ ਦਿੱਤੀ ਹੈ ਜਾਂ ਕਿਸ ਤਰ੍ਹਾਂ, ਪਰ ਇਹ ਜਿਹੜੀ ਮੈਂ ਅਪਡੇਟ ਦੇ ਰਿਹਾ ਵਾਂ, ਇਹ ਵੈਬਸਾਈਟ ਤੇ ਉਹਨਾਂ ਦੀ ਬੁਕਿੰਗ ਬਿਲਕੁਲ ਖਤਮ ਹੈ, ਮਾਰਚ ਤੱਕ ਨਹੀਂ ਆ ਰਹੀ। ਉਮੀਦ ਹੈ ਕਿ ਜਦੋਂ ਤੱਕ ਤੁਸੀਂ ਸਾਡਾ ਵੀਡੀਓ ਦੇਖੋਗੇ ਉਦੋਂ ਤੱਕ ਸ਼ਾਇਦ ਸ਼ੁਰੂ ਕਰ ਦੇਣ, ਪਰ ਮਾਰਚ ਦੇ ਅਖੀਰ ਤੋਂ ਨਵਾਂ ਸਮਰ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਉਸ ਦਿਨ ਉਹਨਾਂ ਦੇ 7 ਦਿਨਾਂ ਦੀ ਫਲਾਈਟ ਅਵੇਲੇਬਲ ਹੈ। ਸੋ ਕੋਈ ਵੀ ਅਪਡੇਟ ਲਈ ਜ਼ਰੂਰ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।